घर गए आ वेखो कई जगह ने मैं नहीं दिखा सकती इन्हें मार मार के मेरा दिमाग नहीं काम करता। धी गलत इतने वलीमे दे नाल मुंडा क्यों घलिया ने अपना मुंडा घर रख दे। चाचियां ने दनानदियां ने ओदी फुफी ने दनानदी ने ओदी भैन ने साडी धी गलत इते ना क्यों नाश्ता खादे नाश्ते दे नाल साडी बेटी वापस घर चल दे हक बनदा हने फिर इन्हां वलीमा क्यों कीता। ते कोई इन्हां नु इन्हां कुत्तियां बगैरतियां नु जान नहीं देना गश्तियां नु गश्ती जे तू बंदा मरवाए ऐसा लफज आख चढ़े ने। बच्चा रोंदा ही वाशरूम च वड़ के ये हाई जो नाश्ता लैके ओदी साडी बेटी साडे नाल खादे वलीमे क्यों इन्हां कीते। झूठ बोल के ते उन्हां दा पुੱਤਰ वापस ते नहीं ना आ सकदा नहीं की जरूरत हो सकदी निजाम उन्हां लाए ने गलत लाए ने ये गलत लाए ਇਹਦੀ ਵਜ੍ਹਾ ਕੀ ਉਹਨਾਂ ਦੇ ਇਹੋ ਜਿਹੇ ਇਲਜ਼ਾਮ ਲਗਾ ਕੇ ਬੱਚਾ ਜ਼ਿੰਦਾ ਤੇ ਨਹੀਂ ਹੋ ਜਾਂਦਾ। ਜਿਹੜੇ ਨਿਜ਼ਾਮ ਉਹਨਾਂ ਲਾਏ ਨੇ ਜਿਹੜੇ ਉਹਨਾਂ ਪੈਸੇ ਨੇ ਬੱਚੀ ਕੋਲ ਹੋਏ ਨੇ ਮੇਰੇ ਸਾਹਮਣੇ ਉਹਦੀ ਮਾਂ ਨੇ ਪੈਸੇ ਲੈ ਲਏ ਨੇ ਸਾਰੇ। ਹਾਂ ਉਹਨਾਂ ਨੇ ਕਿਹਾ ਜੀ ਉਹਦੀ ਜੇਬ ਤੋਂ ਸਲਾਮੀਆਂ ਦੇ ਪੈਸੇ ਕੱਢ ਲਏ। ਉਹ ਕੁੜੀ ਪੈੜੀ ਸੀ ਤੇ ਉਹ ਕੁੜੀ ਉਸੇ ਵੇਲੇ ਵਲੀਮਿਆਂ ਦੇ ਨਾਲ ਮੁੰਡਾ ਕਿਉਂ ਕਲਿਆ ਸਨ ਸਾਡੇ ਨਾਲ। ਹਾਂ ਮੁੰਡਾ ਕਿਉਂ ਕਲਿਆ ਸਨ ਜੇ ਸਾਡੀ ਧੀ ਗਲਤ ਤੇ ਵਲੀਮੇ ਦੇ ਨਾਲ ਮੁੰਡਾ ਕਿਉਂ ਕਲਿਆ ਨਾ ਆਪਣਾ ਮੁੰਡਾ ਘਰ ਰੱਖ ਦੇ ਮੁੰਡਾ ਕਿਉਂ ਸਾਡੇ ਨਾਲ ਤੋਰਿਆ ਸਾਡੇ। ਫਿਰ ਮੁੰਡਾ ਸਾਡੇ ਨਾਲ ਗਿਆ ਵੀ ਹੱਸਦਾ ਖੇਡਦਾ ਫਿਰ ਵਾਪਸ ਵੀ ਆਇਆ ਵੇ ਸਿਰਫ ਬੂਟੇ ਨੂੰ ਸਜ਼ਾ ਦੇਣ ਜਿਹਨੇ ਕਤਲ ਕੀਤਾ ਵੇ ਅਸੀਂ ਉਹਦੇ ਨਾਲ ਵਾਂ ਬੂਟੇ ਨੂੰ ਜਿੰਨੀ ਸਜ਼ਾ ਦਿੱਤੀ ਜਾਂਦੀ ਨੇ ਜਿਹਨਾਂ ਹੈ ਕਤਲ ਫੜਾ ਛੱਡਿਆ ਹੈ ਸਾਡੀ ਧੀ ਉਹਨਾਂ ਨੇ ਤੇ ਤੁਹਾਡੀ ਧੀ ਦੇ ਵੀ ਵਿੱਚ ਇਲਜ਼ਾਮ ਲਗਾ ਦਿੱਤਾ ਸਾਡੀ ਧੀ ਫਾਰਾ ਕਰਨ ਸਾਡੀ ਧੀ ਤੇ ਕਿਆ ਕਾਦਾ ਇਹਨਾਂ ਪਰਚਾ ਦਿੱਤਾ। ਇਹ ਨਹੀਂ ਧੀਆਂ ਜਮੀਆਂ ਵਾਲੇ ਇਹਨਾਂ ਦੇ ਘਰ ਵੀ ਧੀਆਂ ਕਹਿੰਦੇ ਨੇ ਅਲਫਾ ਦੇ ਕਹਿਣ ਤੇ ਬੂਟੇ ਨੇ ਕਤਲ ਨਹੀਂ ਅਲਫਾ ਦੀ ਗੱਲਬਾਤ ਹੈ ਹੀ ਨਹੀਂ ਬੂਟੇ ਨਾਲ ਇਹ ਗੱਲ ਹੈ ਹੀ ਨਹੀਂ ਬੂਟੇ ਨੇ ਜਾਣ ਕੇ ਬਕਵਾਸ ਕਰਦੇ ਨੇ ਜੋ ਵੀ ਇਹਨਾਂ ਕੀਤਾ ਉਹ ਇਹ ਜਿਹੜੀ ਲੜਾਈ ਜਿਹੜੀ ਹੋਈ ਹੈ ਤੁਹਾਡੇ ਅੱਗੇ ਦੱਸ ਦਿੱਤੀ ਤੇ ਇਹ ਲੜਾਈ ਹੋਈ ਮੇਰੀ ਗੱਲ ਸੁਣ ਜੇ ਸਾਡੀ ਧੀ ਗਲਤ ਤੇ ਇਹਨਾਂ ਕਿਉਂ ਨਾਸ਼ਤਾ ਖਾਦੇ ਨਾਸ਼ਤੇ ਦੇ ਨਾਲ ਸਾਡੀ ਬੇਟੀ ਵਾਪਸ ਘਰ ਚੱਲ ਦੇ ਹੱਕ ਬਣਦਾ ਹਨੇ ਫਿਰ ਇਹਨਾਂ ਵਲੀਮਾ ਕਿਉਂ ਕੀਤਾ ਜੇ ਵਲੀਮਾ ਫਿਰ ਵਲੀਮਾ ਕਿਉਂ ਕੀਤਾ ਜੇ ਇਹਨਾਂ ਦਾ ਬੱਚਾ ਰੋਂਦਾ ਹੀ ਵਾਸ਼ਰੂਮਾਂ 'ਚ ਵੜ ਕੇ ਇਹ ਹਾਈ ਜਦੋਂ ਨਾਸ਼ਤਾ ਲੈ ਕੇ ਉਹਦੀ ਸਾਡੀ ਬੇਟੀ ਸਾਡੇ ਨਾਲ ਖਾਦੇ ਵਲੀਮੇ ਕਿਉਂ ਇਹਨਾਂ ਕੀਤੇ। ਆਂਟੀ ਜੀ ਜਦੋਂ ਬੱਚੇ ਨੂੰ ਗੋਲੀ ਲੱਗ ਗਈ ਹਸਪੀਟਲ ਲੈ ਗਏ ਤੁਸੀਂ ਇਹਨਾਂ ਨੂੰ ਇਤਲਾਹ ਦਿੱਤੀ ਸੀ ਤੁਸੀਂ ਗਏ ਸੀ ਪਿੱਛੇ ਇਹਨਾਂ ਦੇ ਘਰ ਕੇ ਕਿਵੇਂ ਹੋਇਆ ਵਾਕਿਆ। ਇਹਨਾਂ ਦੇ ਘਰ ਗਏ ਆ ਵੇਖੋ ਕਈ ਜਗ੍ਹਾ ਨੇ ਮੈਂ ਨਹੀਂ ਦਿਖਾ ਸਕਦੀ ਇਹਨਾਂ ਮਾਰ ਮਾਰ ਕੇ ਮੇਰਾ ਦਿਮਾਗ ਨਹੀਂ ਕੰਮ ਕਰਦਾ। ਜਿਹੜਾ ਤੁਹਾਡੇ ਜ਼ਖਮ ਹੈ ਇਹ ਕਿਹਨਾਂ ਨੇ ਮਾਰਿਆ ਤੁਹਾਨੂੰ। ਉਹਦੀਆਂ ਚਾਚੀਆਂ ਨੇ ਦਨਾਨਦੀਆਂ ਨੇ ਉਹਦੀ ਫੁੱਫੀ ਨੇ ਦਨਾਨਦੀ ਨੇ ਉਹਦੀ ਭੈਣ ਨੇ ਦਨਾਨਦੀ ਵਾਲਦਾ ਨੇ ਨਹੀਂ ਕੁਛ ਆਖਿਆ। ਤੁਹਾਨੂੰ ਕਿਉਂ ਮਾਰਿਆ ਤਸ਼ੱਦਦ ਕਿਉਂ ਕੀਤਾ ਤੁਹਾਡੇ ਤੇ। ਕੀਤਾ ਕਿ ਤੁਸੀਂ ਮਾਰ ਕੇ ਤੇ ਸਾਡੇ ਘਰ ਆ ਗਏ ਹੋ ਅਸੀਂ ਤੇ ਗਏ ਆਪਣੇ ਦਿਮਾਗ ਮਾਰਿਆ ਕਿ ਅਸੀਂ ਜਾਣਾ ਇੱਥੋਂ ਲੋਕਾਂ ਸਾਨੂੰ ਘੱਲਿਆ ਤੇ ਅਸੀਂ ਗਏ। ਕੌਣ ਗਿਆ ਸੀ ਇੱਥੇ ਗਿਆ ਸੀ ਇੱਕ ਮੇਰਾ ਬੇਟਾ ਗਿਆ ਸੀ ਵੱਡਾ ਵੈਸ ਇੱਕ ਮੇਰੀ ਧੀ ਜਿਹੜੀ ਉਹਨਾਂ ਦੇ ਘਰ ਦੁਲਹਨ ਸੀ ਉਹ ਗਈ ਅਲਫਾ ਸਵੇਰਾ ਗਈ ਇੱਕ ਮੈਂ ਗਈ ਦੋ ਮੇਰੇ ਜੇਠ ਦੀਆਂ ਨੂੰਹਾਂ ਗਈਆਂ ਦੋ ਮੇਰੇ ਜੇਠ ਗਏ। ਇਹਨਾਂ ਸਾਨੂੰ ਮੇਰੇ ਬੇਟੇ ਨੂੰ ਥੱਲੇ ਢਾ ਲਿਆ ਅਵੈਸ ਨੂੰ ਥੱਲੇ ਢਾ ਲਿਆ ਮੇਰੇ ਬੇਟੇ ਨੇ ਨਾ ਉਹ ਜਿਹੜਾ ਮੇਰਾ ਜੇਠ ਉਹਨੇ ਫੜ ਕੇ ਇੰਜ ਕਰਕੇ ਉਹਨੂੰ ਪਰਾਂ ਭਾਈ ਨੂੰ ਕੀਤਾ ਜਿਹੜਾ ਅਲਫਾ ਦਾ ਦਿਓਰ ਏ ਉਹ ਇੰਜ ਹੂਰੇ ਲੈ ਪੈਂਦਾ ਇੰਨੀ ਕਿ ਸਾਰੀ ਗਲੀ ਏ ਉਹਦੇ ਵਿੱਚ ਨਾ ਸਾਡਾ ਸਿਰ ਕੁੱਟਿਆ ਮੇਰੀ ਬੇਟੀ ਨੂੰ ਇਸ ਰੁਕਦੀਆਂ ਚੰਡਾਂ ਮਾਰੀਆਂ ਤੇ ਮੁੱਕੇ ਮਾਰ ਕੇ ਅਲਫਾ ਨੂੰ ਵੀ ਤੇ ਇਹ ਵੇਖੋ ਹਾਂ ਇਹ ਕੋਈ ਜਗ੍ਹਾ ਜਿਹੜੀ ਤੈਨੂੰ ਮੈਂ ਵਹਾਵਾਂ ਤੇ ਤੁਸੀਂ ਆਖੋ ਕਿ ਵਾਕਈ ਮਾਰ ਸੜ ਗਈ ਹੈ। ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਹੈ ਵੀ ਕਿ ਅਸੀਂ ਤੇ ਤੁਹਾਡੇ ਦੁੱਖ ਦੇ ਵਿੱਚ ਸ਼ਾਮਲ ਹੋਣਾ ਹੈ ਉਹ ਨਾ ਸਾਡੀ ਸੁਣੀ ਨਹੀਂ ਸਾਨੂੰ ਉਹਨਾਂ ਕੁੱਟਣ ਤੋਂ ਸਿਵਾ ਹੋਰ ਗੱਲ ਨਹੀਂ ਸਾਡੇ ਨਾਲ ਕੀਤੀ। ਕਿਵੇਂ ਉੱਥੋਂ ਜਾਨ ਬਚਾ ਕੇ ਫਿਰ ਤੁਸੀਂ ਆਏ। ਬੜੀ ਮੁਸ਼ਕਲ ਉਹ ਭਾਈ ਦਾ ਅੱਲਾ ਉਹਨੂੰ ਬਹੁਤਾ ਦੇ ਇੰਨਾ ਕੁ ਦੇ ਜਿਹੜਾ ਤੋੜ ਕੇ ਨੇ ਜਿੰਨੇ ਸਾਨੂੰ ਉਸ ਘਰ ਵਿੱਚੋਂ ਕੱਢਿਆ। ਜਿਹੜੇ ਅੰਦਰ ਡਕੋ ਇਹਨਾਂ ਨੂੰ ਇਹਨਾਂ ਕੁੱਤੀਆਂ ਬਗੈਰਤੀਆਂ ਨੂੰ ਜਾਣ ਨਹੀਂ ਦੇਣਾ ਗਸ਼ਤੀਆਂ ਨੂੰ ਗਸ਼ਤੀ ਜੇ ਤੂੰ ਬੰਦਾ ਮਰਵਾਏ ਐਸਾ ਲਫਜ਼ ਆਖ ਚੜੇ ਨੇ ਕਿ ਪੁੱਤਰਾ ਤੁਸੀਂ ਮੇਰੇ ਪੁੱਤਰ ਲੱਗੇ ਮੈਂ ਦੱਸ ਨਹੀਂ ਸਕਦੀ ਮੇਰੀ ਧੀ ਨਾਲ ਇਹਨਾਂ ਬੜੀ ਜਾਸਤੀ ਕੀਤੀ ਹੈ। ਮਾਂ ਕਾਹਦੇ ਵਾਸਤੇ ਗਈ ਮਾਂ ਪਿਓ ਕਾਹਦੇ ਵਾਸਤੇ ਲਾ ਦੇ ਜਾਂਦਾ ਖੁਸ਼ੀਆਂ ਵੇਖਣ ਵਾਸਤੇ ਉਹਨੂੰ ਵੀ ਧੀ ਦਿੱਤੀ ਸੀ ਪੁੱਤਰ ਬਣਾਇਆ ਸੀ ਪੁੱਤਰਾਂ ਨਾਲੋਂ ਵੀ ਬਹੁਤਾ ਉਹਦੇ ਨਾਲ ਮੇਰਾ ਪਿਆਰ ਸੀ। ਸਾਰੇ ਚਾਅ ਪੂਰੇ ਕੀਤੇ ਸਾਰਾ ਹੀ ਚਾਅ ਪੂਰੇ ਕੀਤੇ ਇੱਕ ਚਾਅ ਨਹੀਂ ਪੁੱਤਰ ਦਾ ਛੱਡਿਆ ਤੇ ਇਹਨਾਂ ਇੱਕ ਚਾਅ ਨਹੀਂ ਮੇਰਾ ਰਹਿਣ ਦਿੱਤਾ। ਵਾਅਦੇ ਦੀ ਮੇਰੀ ਬੇਟੀ ਨੂੰ ਚਾੜ ਕੇ ਨਿਊ ਤੇ ਮੇਰਾ ਲੰਗੀ ਲਾ ਛੜਿਆ ਨਾ ਕੋਈ ਆਉਣ ਵਾਲੀ ਨਸਲ ਨੂੰ ਰਿਸ਼ਤਾ ਮੈਨੂੰ ਦੇਵੇ ਤੇ ਨਾ ਮੇਰੇ ਕੋ ਖੜੇ। ਮੇਰੀ ਜ਼ਿੰਦਗੀ ਬਹੁਤ ਪੁੱਤਰਾ ਬਰਬਾਦ ਕਰ ਛੜੀ ਨੇ। ਚਲੋ ਅੱਲਾ ਭਲਾ ਕਰੇ ਅੱਲਾ ਇੰਨਾ ਕਦੇ ਨੇ ਜਿਹੜਾ ਥੋੜ ਕੇ ਨਾ ਬਏ ਤੇ ਉਹ ਦਿਮਾਗ ਮੈਨੂੰ ਭੁੱਲਣਾ ਨਹੀਂ। ਤੁਹਾਡੀ ਧੀ ਤੇ ਇਹ ਵੀ ਇਲਜ਼ਾਮ ਲਗਾਇਆ ਕਿ ਪੁੱਤਰ ਨੂੰ ਗੋਲੀਆਂ ਸਾਡੇ ਨੂੰ ਮਾਰ ਦਿੱਤੀਆਂ ਤੇ ਧੀ ਨੇ ਜੇਬ ਵਿੱਚੋਂ ਪੈਸੇ ਕੱਢ ਲਿੱਤੇ ਨੇ। ਨਹੀਂ ਬੇਟਾ ਇਹ ਗਲਤ ਗੱਲ ਹੈ ਬੇਟਾ ਇਹ ਗਲਤ ਗੱਲ ਹੈ। ਮੈਂ ਜਿੱਦਾਂ ਧੀ ਇਹਨਾਂ ਦੇ ਘਾਟ ਹੋ ਰਹੀ ਮੈਂ 20,000 ਰੁਪਏ ਆਪਣੀ ਧੀ ਦੇ ਪਰਸ 'ਚ ਪਾ ਕੇ ਕੱਲਿਆ ਦੋਵਾਂ ਧੀਆਂ ਦੇ 'ਚ ਮੈਂ ਇਹਨਾਂ ਦੇ ਪੈਸਿਆਂ ਨੂੰ ਕੀ ਕਰਨਾ ਜਦੋਂ ਮੈਂ ਇਹਨਾਂ ਦੇ ਲਾਗ ਨਹੀਂ ਲਵਾਏ
ਮੈਂ ਇਹਨਾਂ ਦਾ ਕੁਛ ਨੁਕਸਾਨ ਕੋਈ ਚੀਜ਼ ਦੀ ਕੋਈ ਹੱਕ ਮੈਰ ਕੋਈ ਜ਼ਰੂਰਤ ਡਿਮਾਂਡ ਨਹੀਂ ਕੀਤੀ? ਨਾ ਹੱਕ ਮੈਰ ਤੇ ਸਿਰਫ ਇਹਨਾਂ 5000 ਰੁਪਇਆ ਮੇਰੀ ਬੇਟੀ ਅੱਲਾ ਨੂੰ ਵਾਸਤੇ ਧੀਆਂ ਦਿੱਤੀਆਂ? ਅੱਲਾ ਵਾਸਤੇ ਧੀਆਂ ਦਿੱਤੀਆਂ ਨੇ। ਮੈਂ ਵੱਡੀ ਕੱਲੇ ਵਿਆਹੀ ਉਹ ਵੀ ਅੱਲਾ ਵਾਸਤੇ ਦਿੱਤੀ, ਮੈਂ ਇਹ ਵੀ ਅੱਲਾ ਵਾਸਤੇ ਧੀਆਂ ਦਿੱਤੀਆਂ ਨੇ। ਫਿਰ ਮਾਂ ਜੀ ਤੁਹਾਡੇ ਤੇ ਇਸ ਤਰ੍ਹਾਂ ਦੇ ਇਲਜ਼ਾਮ ਕਿਉਂ ਲਗਾਏ? 5 ਰੁਪਏ ਦੀ ਮੇਰਾ ਵਾਦਾਰ ਨੇ। ਜਿੱਥੇ ਮਸਜਿਦ 'ਚ ਵੀ ਮੈਨੂੰ ਲੈ ਜਾਂਦੇ, ਅਸੀਂ ਮਸਜਿਦ 'ਚ ਵੀ ਖਲੋ ਕੇ ਕੁਰਾਨ ਫੜ ਕੇ ਆਕਾਂਗੇ ਕਿ ਹਾਂ ਇਹਨਾਂ ਦੇ 5 ਰੁਪਈਆਂ ਦੇ ਰਵਾਦਾਰ ਨੇ। ਸਿਰਫ ਦੁੱਧੋ ਕੁੱਟੀ ਦਾ 20000 ਰੁਪਈਆ। ਕਿਉਂ ਇੰਨੇ ਇਲਜ਼ਾਮ ਇਸ ਤਰ੍ਹਾਂ ਦੇ ਘਟੀਆ ਕਿਸਮ ਦੇ ਧੀ ਤੁਹਾਡੀ ਤੇ ਲਗਾ ਦਿੱਤੇ? ਪੁੱਤਰ ਉਹਨਾਂ ਦੀ ਮਰਜ਼ੀ, ਉਹਨਾਂ ਦਾ ਗੰਦੇ ਦੇਣ ਸਨ, ਮੇਰਾ ਗੰਦਾ ਦੇਣ ਨੇ। ਮੈਂ ਹੁਣ ਵੀ ਨਬੀ ਦੇ ਝੰਡੇ ਥੱਲੇ ਖਲੋ ਕੇ ਵੀ ਇਹ ਗੱਲ ਆਖਾਂਦੀ ਕਿ ਉਹ ਮੇਰੇ ਰਿਸ਼ਤੇਦਾਰ ਸਨ। ਮੈਂ ਰਿਸ਼ਤੇਦਾਰੀ ਕੀਤੀ ਸੀ, ਧੀ ਦੇ ਕੇ ਕੀਤੀ ਸੀ, ਪੁੱਤਰ ਬਣਾਇਆ ਸੀ। ਜਿਹੜਾ ਉਹਦਾ ਸਹੁਰਾ ਵੇ ਨਾਸਰ ਸਾਈ ਮੇਰਾ ਕੂੜਾ ਮਸੀ, ਉਹ ਜਿਹੜੀ ਪ੍ਰਵੀਨ ਉਹ ਮੇਰੀ ਕੁੜਮਣੀ ਸੀ। ਇਹਨਾਂ ਤੁਹਾਡੇ ਕੁੜਮ ਨੇ ਤੇ ਕੁੜਮਣੀ ਨੇ ਵੀ ਬਦਤਮੀਜ਼ੀਆਂ ਕੀਤੀਆਂ ਸੀ? ਨਹੀਂ, ਸਾਡੇ ਨਾਲ ਨਹੀਂ ਕੀਤੀ। ਮਾਂ ਪਿਓ ਨੇ ਕੁਝ ਨਹੀਂ ਕਿਹਾ? ਨਹੀਂ, ਝੂਠ ਨਹੀਂ ਮਾਰਨਾ। ਉਹਨਾਂ ਦੋਵਾਂ ਜੀਆਂ ਸਾਡੇ ਨਾਲ ਬਦਤਮੀਜ਼ੀ ਨਹੀਂ ਕੀਤੀ, ਸਿਰਫ ਉਹਦੇ ਉਤਲਿਆਂ ਨੇ ਕੀਤੀ ਹੈ। ਨਾ ਉਹਨਾਂ ਸਾਡੇ ਨਾਲ ਚੰਗੀ ਕੀਤੀ ਹੈ, ਨਾ ਉਹਨਾਂ ਸਾਡੇ ਨਾਲ ਮੰਦੀ ਕੀਤੀ ਹੈ। ਇਹਦੇ ਉਤਲਿਆਂ ਰਿਸ਼ਤੇਦਾਰਾਂ ਨੇ ਸਰਗੋਧਿਓਂ ਆਏ ਨੇ, ਉਹਨਾਂ ਸਾਡੀ ਨਾਲ ਜੋ ਵੀ ਕੀਤਾ ਉਹਨਾਂ ਕੀਤਾ। ਚਾਚੀਆਂ ਕੀਤਾ, ਭੈਣ ਨਾਸਰ ਸਾਈ ਦੀ ਧੀ ਨੇ ਕੀਤਾ, ਉਹਦੀ ਭੈਣ ਨੇ ਕੀਤਾ। ਜੋ ਕੀਤਾ ਪੁੱਤਰਾ ਮੈਂ ਤੈਨੂੰ ਸਾਰਾ ਮਾਮਲਾ ਸੁਣਾ ਛੱਡਿਆ। ਮਾਂ ਜੀ ਇੰਨਾ ਤੁਹਾਡੀ ਧੀ ਤੇ ਇਲਜ਼ਾਮ ਲਗਾ ਦਿੱਤੇ ਨੇ, ਪੂਰੀ ਦੁਨੀਆ ਦੇ ਨਸ਼ਰ ਕਰ ਦਿੱਤਾ ਨਸ਼ਰ ਕਰ ਛੜੀ ਨੇ। ਕਿਵੇਂ ਇੱਜ਼ਤ ਨੂੰ ਸਮੇਟੋਗੇ? ਕਿਵੇਂ ਉਸ ਧੀ ਦਾ ਅੱਗੇ ਘਰ ਵਸਾਓਗੇ? ਕਿਸ ਤਰ੍ਹਾਂ ਤੁਸੀਂ, ਮੈਂ ਕਹਿੰਦਾ ਕਿ ਤੁਹਾਡੀ ਹਿੰਮਤ ਹੈਗੀ ਹੈ ਕਿ ਤੁਸੀਂ ਹੁਣ ਫਿਰ ਸਾਹਮਣੇ ਆ ਕੇ ਦੱਸਦੇ ਪਏ ਹੋ? ਮਰ ਗਏ ਆ ਪੁੱਤਰਾ, ਮਰ ਗਏ ਨਾ ਮੋਇਆਂ 'ਚ ਨਾ ਜਿਉਂਦਿਆਂ 'ਚ। ਮਰਨਾ ਤੇ ਉਦੋਂ ਜਿੱਦਣ ਆਉਣੀ ਨੇ। ਤੇ ਉਂਝ ਇਹਨਾਂ ਨਾਸਰ ਸਾਈ ਨੇ ਸਾਨੂੰ ਕਵਰ 'ਚ ਪਾ ਛੜਿਆ। ਤੇ ਇਹ ਜਿੰਨੇ ਤੁਹਾਡੀ ਧੀ ਦਾ ਘਰ, ਤੁਹਾਡੇ ਘਰ, ਉਹਨਾਂ ਦਾ ਘਰ ਉਜਾੜ ਦਿੱਤਾ, ਉਹਨੂੰ ਕੀ ਸਜ਼ਾ ਹੋਣੀ ਚਾਹੀਦੀ? ਉਹਨੂੰ ਬਚਾ ਕੇ ਕਤਲ ਕਰ ਛੱਡ, ਫਾਂਸੀ ਦੇ ਫੱਟੇ ਤੇ ਲਾ ਦੇਣ। ਉਹ ਵੀ ਤੁਹਾਡਾ ਰਿਸ਼ਤੇਦਾਰ ਹੈ? ਉਹੀ ਰਿਸ਼ਤੇਦਾਰ, ਮੇਰਾ ਰਿਸ਼ਤੇਦਾਰ ਹੁੰਦਾ ਤੇ ਇਹ ਕੰਮ ਨਾ ਕਰਦਾ। ਇਹ ਕੰਮ ਨਾ ਕਰਦਾ। ਮੇਰੇ ਵੱਲੋਂ ਸਰੇਆਮ ਪੁੱਤਰਾ ਚੌਂਕ 'ਚ ਖਿਲਾਰ ਕੇ ਸਿੱਧੀ ਦਵਾਈ ਵਾਲੇ ਗੋਲੀ ਮਰਵਾ ਛੱਡ। ਮੈਂ ਸੀ ਨਾ ਕਰਾਂ, ਸੀ ਨਾ ਕਰਾਂ ਦੀ। ਤੁਸੀਂ ਅਜੇ ਵੀ ਆਪਣੇ ਦਮਾਦ ਦੇ ਘਰ ਵਾਲਿਆਂ ਦੇ ਨਾਲ ਹੋ? ਆਈਏ ਵੀ ਨਾਲ। ਇੰਨਾ ਕੁਝ ਹੋਣ ਦੇ ਬਾਵਜੂਦ ਫੇਰ ਵੀ ਉਹਨਾਂ ਨੂੰ ਮੈਂ ਰਿਸ਼ਤੇਦਾਰ ਸਮਝਦੀ ਨਹੀਂ। ਉਹ ਨਹੀਂ, ਇਹ ਲਫ਼ਜ਼ ਨਹੀਂ ਆਖਣਾ। ਮੈਂ ਆਈਏ ਵੀ ਨਾਸਰ ਸਾਈ ਦੀ ਭੈਣ ਹੀ ਬਣਾਂਗੀ ਤੇ ਉਹਦੀ ਕੁੜਮਣੀ ਦੀ ਵੀ ਭੈਣ ਹੀ ਬਣਾਂਗੀ। ਬਾਕੀ ਉਹ ਨਹੀਂ ਬਣੇ, ਮੈਂ ਬਣਾਂਗੀ। ਮੈਂ ਬਿਸ਼ੱਕ ਉਹਨਾਂ ਨੂੰ ਉਹਨੂੰ ਫਾਂਸੀ ਦੇ ਫੱਟੇ ਤੇ ਲਾ ਦੇਣ, ਉਹਨੂੰ ਗੋਲੀ ਮਾਰ ਦੇਣ, ਜੋ ਉਹਨਾਂ ਦਾ ਦਿਲ ਕਰਦਾ, ਫੇਰ ਵੀ ਮੈਂ ਉਹਨਾਂ ਦੇ ਨਾਲ ਦੀ। ਮਾਂ ਜੀ ਪੁਲਿਸ ਨੇ ਵੀ ਜ਼ਾਹਰੀ ਬਾਤ ਹੈ ਤੁਹਾਨੂੰ ਵੀ ਪੁੱਛਿਆ ਗਿਛਿਆ ਹੋਏਗਾ, ਬਾਕੀ ਤੁਹਾਡੇ ਬੱਚਿਆਂ ਨੂੰ ਵੀ ਗ੍ਰਿਫਤਾਰ ਕੀਤਾ ਸੀ। ਹਾਂਜੀ, ਮੇਰੇ ਬੱਚਿਆਂ ਉਹਨਾਂ ਨੂੰ ਤੁਸੀਂ ਕੀ ਕਿਹਾ ਤੇ ਅੱਗੋਂ ਪੁਲਿਸ ਨੇ ਤੁਹਾਡੇ ਨਾਲ ਕਿਹਦਾ ਸਲੂਕ ਕੀਤਾ ਹੈ? ਬੱਚਿਆਂ ਨੂੰ ਮੇਰਿਆਂ ਨੂੰ, ਉਹ ਬੱਚੇ ਮੇਰੇ ਗਏ ਨੇ ਭਨੂਜੇ ਦੇ ਮਗਰ। ਬੱਚਿਆਂ ਨੂੰ ਇਹ ਨਹੀਂ ਪਤਾ ਕਿ ਸਾਡੇ ਨਾਲ ਜ਼ੁਲਮ ਹੋ ਜਾਣਾ। ਬੱਚੇ ਉਹਨਾਂ ਫੜ ਕੇ ਤੇ ਮੇਰੇ ਅੰਦਰ ਡੱਕ ਛੜੇ। ਮੀਏ ਮੇਰੇ ਨੂੰ ਅੰਦਰ ਉਹਨਾਂ ਡੱਕ ਛੜਿਆ। ਅਸਾਂ ਉਹਨਾਂ ਨਾਲ ਗਲਤ ਨਹੀਂ ਕੀਤਾ। ਉਹ ਬੂਟੇ ਜੋ ਕੀਤਾ, ਮਰ ਗਿਆ ਬੂਟਾ। ਉਹਨੇ ਜੋ ਕੀਤਾ ਤੀ ਦਵਾਈ ਵਾਲਿਆਂ ਨਾਲ ਕੀਤਾ। ਸਾਡਾ ਨਾ ਬੂਟੇ ਨਾ ਕੋਈ ਲੈਣ ਦੇਣ ਸੀ, ਨਾ ਕੋਈ ਵੈਰ ਤੀ ਦਵਾਈ ਵਾਲਿਆਂ ਨੇ। ਧੀਆਂ ਦੇ ਕੇ ਪੁੱਤਰ ਬਣਾਈ ਦੇ ਨੇ, ਧੀਆਂ ਦੇ ਕੇ ਰਿਸ਼ਤੇਦਾਰ ਬਣਾਈ ਦੇ ਨੇ। ਹੋਰ ਪੁੱਤਰਾ ਇਹ ਤੋਂ ਵੱਧ ਕਿਹੜੀ ਗੱਲ ਹੁੰਦੀ ਹੈ? ਮਾਂ ਜੀ ਆਲਾ ਹੁਕਾਮ ਤੁਹਾਨੂੰ ਸੁਣਦੇ ਪਏ ਨੇ। ਇਸ ਕਤਲ ਦੇ ਕੇਸ ਦੇ ਵਿੱਚ ਤੁਹਾਡੀ ਧੀ ਨੂੰ ਨਾਮਜ਼ਦ ਕੀਤਾ ਗਿਆ ਹੈ ਕਿ ਇਹਦੀ ਇਮਾਂ ਤੇ ਇਹਦੇ ਕਹਿਣ ਤੇ ਇੱਕ ਨੌਜਵਾਨ ਨੂੰ ਕਤਲ ਕੀਤਾ ਗਿਆ ਹੈ। ਤੁਸੀਂ ਪੁਲਿਸ ਦੇ ਆਲਾ ਅਫਸਰਾਨ ਨੂੰ, ਤੁਸੀਂ ਵਜ਼ੀਰ ਆਲਾ ਪੰਜਾਬ ਨੂੰ ਕੀ ਮੁਤਾਲਬਾ ਕਰਦੇ ਹੋ? ਤੁਹਾਨੂੰ ਕਿਵੇਂ ਇਨਸਾਫ ਚਾਹੀਦਾ ਹੈਗਾ? ਇਨਸਾਫ ਚਾਹੀਦਾ, ਪੇ ਨੂੰ ਮਾਰ ਛੱਡ, ਬੂਟੇ ਨੂੰ ਮਾਰ ਛੱਡ, ਮੇਰੀ ਬੱਚੀ ਫਾਰਗ ਕਰ ਛੱਡ। ਤੁਹਾਡੀ ਬੱਚੀ ਦਾ ਕੋਈ ਕਿਰਦਾਰ ਨਹੀਂ ਹੈ ਵਿੱਚ? ਮੇਰੀ ਬੱਚੀ ਦਾ ਕੋਈ ਗੁਨਾਹ ਨਹੀਂ। ਮੇਰੀ ਬੱਚੀ ਬੇਗੁਨਾਹ ਹੈ, ਬੇਗੁਨਾਹ है। 1000 वरी भी आखो तो मेरी बच्ची बेगुनाह है। नाज़रीन, आपने माँ जी की सारी गुफ्तगू सुनी है और माँ जी के जिस्म पर जो ज़ख्म है ना, यकीन करें कि मुझे तकलीफ़ हो रही है। देखिए जुल्म तो बहुत बड़ा हुआ है कि किसी की माँ का बेटा लखते जिगर बेदर्दी से कत्ल कर दिया, लेकिन इनकी बात सुने बगैर इन पर जो तशद्दुद किया गया। हम जब उस घर में गए थे, मकतूल के घर, तो उन्होंने हमें इस कहानी से 1% भी कुछ नहीं बताया कि वो हमारे घर तो आए ही नहीं है। वो तमाम इंटरव्यूज़ आप लोगों के सामने है। लेकिन ये जो जुल्म इनके साथ किया, अगर इनकी बेटी कसूरवार थी या अगर इनकी बेटी का किसी ना किसी का कोई ऐसा रिलेशन होता, तो हम इस गांव में हमें कोई एक शख्स फर्दर कोई एक बंदा भी बता देता कि अल्फा सवेरा का बूटे के साथ कोई ऐसा नाजायज़ ताल्लुक था। जबकि मकतूल के लवाहिकीन का कहना है कि उनकी बहू की जो है, उनके बेटे के साथ किसी किस्म की कोई ऐसी
खुशियों वाला जो मामला होता है वो ऐसा कुछ नहीं था। अगर ऐसा कुछ नहीं था तो इल्ज़ाम लगाने से पहले आप इन माँ बाप को बता देते। एक माँ बाप की जिंदगी खत्म हो जाती है अपनी बेटियों को अपने घर से रुखसत करते हुए, और कोई भी माँ बाप ऐसा नहीं होता जो अपनी बेटी की जिंदगी बर्बाद कर दे, अपनी बेटी की दुनिया उजाड़ दे। किसी की आज तक तारीख में कोई ऐसा माँ बाप नहीं मिला जिसने अपनी बेटी को रुखसत किया हो और फिर उसके बाद उसकी जिंदगी बर्बाद कर दी हो। इस केस में जो भी नई पेशरफ्त होगी, मुलजम इस वक्त पुलिस की हिरासत में है और उसने इतराफ़े जुर्म कर दिया है। असल हकीकत आज हमने आपके सामने रख दी है कि दूल्हे के कत्ल के पीछे असल वजह क्या थी। अगर दूल्हा मुलजम को थप्पड़ ना मारता, उनकी आपसी लड़ाई उन तक ही महदूद रखता, तो शायद आज वो अपने बीवी बच्चों के साथ होता, आज वो अपने माँ बाप के साथ होता, ना कि उसकी छोटी सी गलती की वजह से आज वो इस दुनिया फानी से रुखसत कर गया। लेकिन उनके घर वालों से भी हमारी मौजूदा गुजारिश है कि इस तरह के इल्ज़ामात जिनमें किसी किस्म की कोई सदाकत नहीं है, वो इल्ज़ाम लगाने से पहले एक बार जो इस वकूए से पहले आप लोगों ने इनके साथ जो भी आप लोगों के ताल्लुकात थे, जो आप लोगों ने एक दूसरे को बहन भाई बनाया था, आप उन चीज़ों को देखें। अगर आपका बेटा इस हादसे में जाँ बहक हो गया तो इसमें ना तो इस माँ का कोई कसूर है, ना इनकी बेटी का कोई कसूर है। हम अपने आला हुकाम से ये मुतालबा करते हैं कि इस केस में जिसका जितना कसूर है उसको उसके जुर्म की सज़ा ज़रूर मिलनी चाहिए, और मकतूल के लवाहिकीन को भी इंसाफ मिलना चाहिए, और हमारी इस माँ को भी इंसाफ मिलना चाहिए जिसकी बेटी की ज़िंदगी बर्बाद कर दी गई। इजाज़त चाहूँगा। अल्लाह निगहबान।